ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਕਿਸੇ ਵੀ ਸੰਗਠਨ ਦੀ ਵਧੀਆ ਕਾਰਗੁਜ਼ਾਰੀ ਦੇ ਲਈ ਉੱਥੇ ਐਸੋਸੀਏਸ਼ਨਸ ਬਣਾਈਆਂ ਜਾਂਦੀਆਂ ਨੇ ਤੇ ਉਹਨਾਂ ਦੇ ਮੈਂਬਰ ਉਸ ਸੰਗਠਨ ਦੀ ਵਧੀਆ ਕਾਰਗੁਜ਼ਾਰੀ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਮੇਰੇ ਨਾਲ ਜੁੜੇ ਨੇ ਡਿਸਟ੍ਰਿਕਟ ਮੋਹਾਲੀ ਦੀ ਬਾਰ ਐਸੋਸੀਏਸ਼ਨ ਦੇ ਹਾਲ ਹੀ ਵਿੱਚ ਨਵ ਨਿਯੁਕਤ ਪ੍ਰੈਜ਼ੀਡੈਂਟ ਸਨੇਹਪ੍ਰੀਤ ਸਿੰਘ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੁਬਾਰਕ ਹੈ ਤੁਹਾਨੂੰ ਕਿ ਤੁਸੀਂ ਇਸ ਜੋ ਇਲੈਕਸ਼ਨਸ ਆ ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਸਾਡੇ ਇੱਥੇ ਆਏ। ਸਰ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੇ ਕਿ ਜਿਹੜੀ ਨਵੀਂ ਬਾਰ ਐਸੋਸੀਏਸ਼ਨ ਨਿਯੁਕਤ ਹੋਈ ਹੈ, ਤੁਹਾਡਾ ਕੀ ਪਲਾਨ ਹੈ, ਕੀ ਵਿਜ਼ਨ ਹੈ, ਕੀ ਕਰਨਾ ਚਾਹੋਗੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਪੀੜਿਤ ਹੁੰਦੇ ਨੇ? ਮੈਮ ਦੇਖੋ, ਲੋਕਾਂ ਦਾ ਸਭ ਤੋਂ ਵੱਡਾ ਵਿਸ਼ਵਾਸ ਪਰਮਾਤਮਾ ਤੋਂ ਬਾਅਦ ਨਿਆਂਪਾਲਿਕਾ 'ਤੇ ਹੈਗਾ। ਉਹਨਾਂ ਲੋਕਾਂ ਲਈ ਅਸੀਂ ਇੱਦਾਂ ਦੇ ਉਪਰਾਲੇ ਕਰਾਂਗੇ ਤਾਂ ਕਿ ਉਹਨਾਂ ਨੂੰ ਆਉਣ ਜਦੋਂ ਵੀ ਉਹ ਕੋਰਟ 'ਚ ਆਉਂਦੇ ਨੇ ਲਿਟੀਗੇਸ਼ਨਸ ਲਈ ਜਾਂ ਕਿਸੇ ਵੀ ਕੰਮ ਲਈ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪੇਸ਼ ਨਾ ਆਵੇ। ਉਹਨਾਂ ਨੂੰ ਹਰ ਇੱਕ ਇੱਦਾਂ ਦਾ ਮਾਹੌਲ ਮਿਲੇ ਤਾਂ ਕਿ ਉਹਨਾਂ ਦਾ ਵਿਸ਼ਵਾਸ ਆਉਣ ਵਾਲੇ ਦਿਨਾਂ 'ਚ ਹੋਰ ਜੁਡੀਸ਼ਰੀ 'ਤੇ ਪੱਕਾ ਹੋਵੇ। ਜੀ ਹਾਂਜੀ ਸਰ, ਤੁਹਾਡੀ ਆਪਣੀ ਜੋ ਟੀਮ ਨਵੀਂ ਬਣੀ ਹੈ ਉਸ ਟੀਮ ਨੇ ਕੀ ਸੋਚਿਆ ਹੈ ਕਿ ਅਸੀਂ ਕਿਹੜੇ ਕੰਮ ਕਰਾਂਗੇ? ਦੇਖੋ ਮੈਮ, ਸਾਨੂੰ ਸਭ ਤੋਂ ਵੱਡੀ ਦਿੱਕਤ ਹੈ ਵੀ ਸਾਡੇ ਕੁਝ ਜਿਹੜੇ ਇੱਥੇ ਰੈਗੂਲਰ ਪ੍ਰੈਕਟਾਈਜ਼ਿੰਗ ਐਡਵੋਕੇਟਸ ਨੇ ਉਹਨਾਂ ਨੂੰ ਚੈਂਬਰਸ ਅਵੇਲੇਬਲ ਨਹੀਂ ਹੈ। ਉਹ ਮਤਲਬ ਇੱਥੇ ਟੈਂਪਰੇਰੀ ਚੈਂਬਰਸ 'ਚ ਬੈਠੇ ਆ। ਸਾਡੀ ਪ੍ਰਾਇਓਰਟੀ ਇਹ ਹੋਊਗੀ ਵੀ ਉਹਨਾਂ ਲਈ ਅਸੀਂ ਨਿਊ ਚੈਂਬਰ ਕੰਪਲੈਕਸ ਬਣਾ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਪ੍ਰਾਇਓਰਟੀ 'ਤੇ ਜੋ ਸਾਡੇ ਭਰਾ ਰਹਿ ਗਏ ਸੀ ਕੁਝ ਉਹਨਾਂ ਨੂੰ ਅਸੀਂ ਐਡਜਸਟ ਕਰੀਏ। ਉਸ ਤੋਂ ਬਾਅਦ ਜੋ ਸਾਡੇ ਇੱਥੇ ਰੈਗੂਲਰ ਪ੍ਰੈਕਟਾਈਜ਼ਿੰਗ ਨੇ ਉਹਨਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਵੀ ਤਾਂ ਕਿ ਜੋ ਐਕਚੁਅਲ ਪ੍ਰੈਕਟਾਈਜ਼ਿੰਗ ਨੇ ਉਹਨਾਂ ਨੂੰ ਚੈਂਬਰ ਅਸੀਂ ਪ੍ਰੋਵਾਈਡ ਕਰਾ ਸਕੀਏ। ਅਤੇ ਜਿਹੜੇ ਸੈਕਿੰਡ ਇੱਥੇ ਕਾਫੀ ਹੱਦ ਤੱਕ ਬਾਹਰਲੀਆਂ ਜੋ ਆ ਕੇ ਜੋ ਨੋਨ ਪ੍ਰੈਕਟਾਈਜ਼ਿੰਗ ਨੇ ਉਹਨਾਂ ਦਾ ਲਿਸਟ ਦੇ ਵਿੱਚੋਂ ਕੱਟ ਕਰਾਂਗੇ ਤਾਂ ਕਿ ਜਿਹੜੇ ਸਾਡੇ ਇੱਥੋਂ ਦੇ ਰੈਗੂਲਰ ਪ੍ਰੈਕਟਾਈਜ਼ਿੰਗ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਚੈਂਬਰਸ ਤੇ ਹੋਰ ਫੈਸਿਲਿਟੀਜ਼ ਮਿਲਦੀਆਂ ਰਹਿਣ। ਜੀ ਸਰ, ਇੱਕ ਸਵਾਲ ਪੁੱਛਣਾ ਜਿਹੜਾ ਹੈ ਬਣਦਾ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਵੀ ਆਪਾਂ ਕਿਸੇ ਵਕੀਲ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਰਾਏ ਜਾਣਨੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਵਕੀਲ ਜਿਹੜਾ ਹੈ ਉਹ ਨਿਆਂ ਦਿਵਾਉਂਦੇ ਆ ਲੋਕਾਂ ਨੂੰ, ਪਰ ਬਹੁਤ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਬਹੁਤ ਅਜਿਹੇ ਇਨਸੀਡੈਂਟਸ ਹੋ ਚੁੱਕੇ ਆ ਜਿਸ ਦੇ ਵਿੱਚ ਵਕੀਲ ਜਿਹੜੇ ਆ ਉਹ ਪੀੜਿਤ ਲੋਕਾਂ ਨੂੰ ਕਿਤੇ ਨਾ ਕਿਤੇ ਹੋਰ ਸ਼ੋਸ਼ਿਤ ਕਰਦੇ ਆ। ਮੈਮ ਦੇਖੋ, ਸਾਡੀ ਇੱਥੇ ਪੰਜਾਬ ਐਂਡ ਹਰਿਆਣਾ ਦੀ ਬਾਰ ਐਸੋਸੀਏਸ਼ਨ ਬਣੀ ਹੋਈ ਹੈ ਸੈਕਟਰ 37 'ਚ। ਇੱਦਾਂ ਦੀ ਜੇਕਰ ਕਿਸੇ ਦੀ ਕੋਈ ਕੰਪਲੇਂਟ ਆਉਂਦੀ ਆ ਉਹਦਾ ਇੱਕ ਪ੍ਰੋਸੀਜਰ ਬਣਿਆ ਹੋਇਆ, ਉਹ ਆਪਣੀ ਕੰਪਲੇਂਟ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਨੂੰ ਮੂਵ ਕਰ ਦਿੰਦੇ ਆ। ਜੇਕਰ ਸਾਡੇ ਕੋਲ ਕੋਈ ਇੱਦਾਂ ਦੀ ਸ਼ਿਕਾਇਤ ਆਊਗੀ ਤਾਂ ਅਸੀਂ ਉਹਨੂੰ ਸੀਰੀਅਸਲੀ ਲਵਾਂਗੇ। ਜੀ ਸਰ, ਆਪਣੀ ਜਿੱਤ ਦਾ ਸਿਹਰਾ ਕਿਸ ਨੂੰ ਦਿੰਦੇ ਹੋ? ਸਾਡੀ ਸਾਰੀ ਟੀਮ ਜਿੰਨੇ ਵੀ ਨੇ ਸਾਡੇ ਇੱਥੇ ਵਕੀਲ ਸਾਹਿਬਾਨ, ਨਿਊਲੀ ਕਮਰਸ, ਸਾਰੇ ਸਾਡੇ ਜਿੰਨੇ ਵਕੀਲ ਸਾਹਿਬ ਸੀ ਸਾਰੇ ਸਾਡੇ ਨਾਲ ਅਟੈਚ ਸੀ, ਉਹਨਾਂ ਨੂੰ ਸਾਰਿਆਂ ਨੂੰ ਜਿੱਤ ਦਾ ਸਿਹਰਾ ਦਿੰਦੇ ਹਾਂ। ਦੋਸਤੋ, ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ। ਸਰ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਸਰ, ਇਹ ਪੁੱਛਾਂਗੇ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਪ੍ਰੈਜ਼ੀਡੈਂਟ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਜੋ ਐਸੋਸੀਏਸ਼ਨ ਨੂੰ ਬੰਨ੍ਹ ਕੇ ਰੱਖਦਾ ਹੈ। ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ, ਕਿਵੇਂ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਬਾਰ ਐਸੋਸੀਏਸ਼ਨ ਮੋਹਾਲੀ ਦੇ ਐਡਵੋਕੇਟਸ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ, ਜਿਨ੍ਹਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਜ਼ਿੰਮੇਵਾਰੀ ਸੌਂਪੀ ਹੈ ਜੀ ਤੇ ਅੱਗੇ ਸੇਵਾ ਦਾ ਮੌਕਾ ਦਿੱਤਾ ਹੈ ਜੀ। ਤੇ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਹੋ ਜੀ, ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਹੈ ਸਰ ਪ੍ਰੈਜ਼ੀਡੈਂਟ ਨਾਲੋਂ ਵੀ ਵੱਧ ਹੈ। ਬਿਲਕੁਲ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਸਾਹਿਬ ਕਿਤੇ ਹੋਰ ਬਿਜ਼ੀ ਹੋਣਗੇ ਕਿਤੇ ਹੋਣਗੇ ਤਾਂ ਜ਼ਿੰਮੇਵਾਰੀ ਵਾਈਸ ਪ੍ਰਧਾਨ 'ਤੇ ਹੀ ਆਏਗੀ ਤੇ ਅਸੀਂ ਉਹਨੂੰ ਬਾਖੂਬੀ ਨਿਭਾਵਾਂਗੇ ਸਰ। ਪਹਿਲਾਂ ਵੀ ਮੈਂ ਇੱਕ ਵਾਰ ਰਹਿ ਚੁੱਕਿਆ ਜੀ ਵਾਈਸ ਪ੍ਰਧਾਨ ਦੀ ਪੋਸਟ ਦੇ ਉੱਤੇ ਤੇ ਉਦੋਂ ਵੀ ਅਸੀਂ ਵਧੀਆ ਤਰੀਕੇ ਨਾਲ ਜੋ ਵੀ ਗੱਲਬਾਤ ਹੁੰਦੀ ਸੀ ਐਡਵੋਕੇਟ 'ਚ ਹੁੰਦੀ ਸੀ ਜਾਂ ਸਾਡੇ ਸੀਨੀਅਰ ਮੈਂਬਰਸ ਹੁੰਦੀ ਕਿਸੇ 'ਚ ਵੀ ਹੁੰਦੀ, ਬੜੇ ਵਧੀਆ ਤਰੀਕੇ ਨਾਲ ਅਸੀਂ ਸੋਲਵ ਕਰਦੇ ਸੀ ਜੀ। ਤੇ ਇਸ ਵਾਰ ਵੀ ਫੁੱਲ ਜੀ ਜਿੰਨਾ ਹੋ ਸਕਿਆ ਉਸ ਤੋਂ ਵੀ ਵੱਧ ਅਸੀਂ ਕੋਸ਼ਿਸ਼ ਕਰਕੇ ਇਹ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰਾਂਗੇ ਜੀ। ਬਹੁਤ ਵਧੀਆ ਗੱਲ ਹੈ ਸਰ। ਇੱਕ ਗੱਲ ਪੁੱਛਣਾ ਚਾਹਾਂਗੇ ਕਿ ਜਦੋਂ ਵੀ ਕੋਈ ਐਸੋਸੀਏਸ਼ਨ ਬਣਦੀ ਹੈ, ਸੰਗਠਨ ਬਣਦਾ ਹੈ ਤਾਂ ਉਹ 'ਚ ਬਹੁਤ ਸਾਰੇ ਮੈਂਬਰ ਸ਼ਾਮਿਲ ਹੁੰਦੇ ਨੇ ਤੇ ਉਹਨਾਂ ਵਿੱਚ ਤਕਰਾਰ ਹੋਣੀ ਬਹੁਤ ਵਾਜਿਬ ਜੀ ਗੱਲ ਹੈ ਕਿਉਂਕਿ ਹਰ ਇੱਕ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ। ਜੇਕਰ ਤੁਹਾਡੀ ਐਸੋਸੀਏਸ਼ਨ ਦੇ ਵਿੱਚ ਕਿਤੇ ਮਨਮੁਟਾਵ ਹੁੰਦਾ ਹੈ, ਸਾਰਿਆਂ ਨੂੰ ਬੰਨ੍ਹ ਕੇ ਕਿਵੇਂ ਰੱਖੋਗੇ?
ਗੱਲ ਇਹ ਹੈ ਜੀ, ਮੈਂ ਤਕਰੀਬਨ ਕਾਫੀ ਚਿਰ ਤੋਂ ਬਾਰ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਜੀ। ਇਹੋ ਜੀ ਮੈਂ ਅੱਜ ਤੱਕ ਤਾਂ ਕੋਈ ਐਡਵੋਕੇਟ 'ਚ ਕੋਈ ਵੱਡੀ ਗੱਲਬਾਤ ਦੇਖੀ ਨਹੀਂ। ਬਹੁਤ ਛੋਟੇ ਮੋਟੇ ਮੁੱਦਿਆਂ ਦੇ ਉੱਤੇ ਥੋੜ੍ਹੀ ਬਹੁਤੀ ਗੱਲਬਾਤ ਹੁੰਦੀ ਹੈ ਜੋ ਬੈਠ ਕੇ ਸੁਲਝਾ ਲਈ ਜਾਂਦੀ ਹੈ ਜੀ। ਠੀਕ ਹੈ ਜੀ। ਤੇ ਕੋਈ ਵੱਡੀ ਪ੍ਰੋਬਲਮ ਮੈਨੂੰ ਅੱਜ ਤੱਕ ਮੇਰੀ ਨੌਲੇਜ ਤਾਂ ਆਈ ਨਹੀਂ ਕਿ ਵੀ ਕੋਈ ਵੱਡੀ ਪ੍ਰੋਬਲਮ ਆਪਣੇ ਐਡਵੋਕੇਟਸ ਦੇ ਵਿੱਚ ਡਿਫਰੈਂਸ ਕੋਈ ਹੋਇਆ ਹੋਏ। ਬਟ ਜੇ ਕੋਈ ਹੁੰਦਾ ਵੀ ਹੈ ਜੀ, ਉਹ ਵੀ ਐਡਵੋਕੇਟ ਸਾਹਿਬ ਸਮਝਦਾਰ ਨੇ ਜੀ, ਉਹ ਬੈਠ ਕੇ ਸੁਲਝਾਉਣ 'ਚ ਮਾਹਿਰ ਨੇ ਜੀ। ਤੇ ਅਸੀਂ ਵੀ ਫੁੱਲ ਇਹੀ ਚਾਹਾਂਗੇ ਜੀ ਕਿ ਉਹ ਬੈਠ ਕੇ ਆਪਣੀ ਜੋ ਵੀ ਕੋਈ ਛੋਟੀ ਵੱਡੀ ਕੋਈ ਵੀ ਪ੍ਰੋਬਲਮ ਹੈ ਉਹ ਬੈਠ ਕੇ ਉਹਨਾਂ ਨਾਲ ਬੈਠ ਕੇ ਡਿਸਕਸ ਕਰਕੇ ਸੁਲਝਾਈ ਜਾਏ। ਦੋਸਤੋ, ਹੁਣ ਸਾਡੇ ਨਾਲ ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਤਰਨਜੋਤ ਕੌਰ ਜੁੜ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਐਸੋਸੀਏਸ਼ਨ ਦੇ ਯੰਗੈਸਟ ਮੈਂਬਰ ਨੇ। ਮੈਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਨੂੰ ਕੰਗ੍ਰੈਚੁਲੇਸ਼ਨਸ ਵੀ ਕਹਿੰਦੇ ਹਾਂ ਅਸੀਂ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਜੁਆਇੰਟ ਸੈਕਟਰੀ ਬਹੁਤ ਵੱਡੀ ਪੋਸਟ ਹੁੰਦੀ ਹੈ, ਯੰਗੈਸਟ ਮੈਂਬਰ ਨੇ ਪੋਸਟ ਮਿਲ ਜਾਣੀ, ਕਿਵੇਂ ਦਾ ਲੱਗ ਰਿਹਾ ਹੈ? ਕਿੰਨੀ ਕੁ ਰਿਸਪੌਂਸਿਬਿਲਿਟੀ ਫੀਲ ਕਰ ਰਹੇ ਹੋ ਤੇ ਕੀ ਕੰਮ ਕਰਨਾ ਚਾਹੋਗੇ? ਮੈਮ, ਬੀਇੰਗ ਦ ਯੰਗੈਸਟ ਮੈਂਬਰ into this field बहुत responsibility because ਸਾਡੇ ਤੋਂ senior lawyers ਬਹੁਤ ਨੇ who have posed so much faith and believe in me that I will work for their betterment with their guidance only. So I hope कि ਅਸੀਂ एक अच्छी team, we have a good team in the line, so we plan कि ਅਸੀਂ एक अच्छी team ਦੇ ਨਾਲ अच्छा ਅੱਗੇ ਪ੍ਰੋਗਰੈਸ ਕਰ ਸਕਾਂਗੇ। ਵੀਲ ਟੇਕ ਆਰ ਫਰੈਟਰਨਿਟੀ ਟੂ ਅਨਦਰ ਲੈਵਲਸ। ਬਹੁਤ ਅੱਛੀ ਗੱਲ ਹੈ। ਮੈਮ, ਤੁਸੀਂ ਫੀਮੇਲ ਹੋ, ਯੰਗੈਸਟ ਵੀ ਹੋ, ਬਹੁਤ ਸਾਰੇ ਫੀਮੇਲ ਐਡਵੋਕੇਟਸ ਨੇ। ਤੁਹਾਡੀ ਬਾਰ ਐਸੋਸੀਏਸ਼ਨ ਜਿਹੜੀ ਹੈ ਜੋ ਫੀਮੇਲ ਐਡਵੋਕੇਟਸ ਆ ਉਹਨਾਂ ਨੂੰ ਲੈ ਕੇ ਕੁਝ ਅਲੱਗ ਰਾਏ ਰੱਖਦੀ ਹੈ, ਕੁਝ ਉਹਨਾਂ ਨੂੰ ਅਲੱਗ ਸਹੂਲਤਾਂ ਦੇਣਾ ਚਾਹੇਗੀ, ਕੀ ਸੋਚਿਆ ਹੈ, ਕੁਝ ਪਲਾਨ ਕੀਤਾ ਹੈ? Actually, being joint secretary, I am the sole person responsible to represent the female fraternity we have. So my responsibility would be more because the female lawyers, they need, besides the social parameters which we follow, we also need to perform larger professional duties which consume lot of our time. And many female lawyers who are married, they have newborn kids, younger kids, they cannot bring them along to the courts because we have every type of clientage. We meet all type of people, good and people who are deprived of something, so we cannot have their children surrounded by all sort of people. So we need a safe environment for their kids so that while they work, the kids have a safe surroundings with the in the court premises. So we tend to open a crèche in the court for the females so that they can have their kids safe and sound, sitting in a healthy atmosphere while they work tension free, because else the females feel ki okay, my kids are at home, they need safety. Because yes, safety is definitely a major concern for the kids, being a parent for a mother. And also there are single parents male who also need to take care of the kids. They can also have them in the crèche, bring them along, be rest assured that they are safe. Also further, we definitely in different circles need proper representation for the females. Not always, yes, female being a lawyer is very vocal about her rights and responsibilities, but yes, the right action needs to be taken at the right time, else a delay will not cause justice to us. So we hope that first none is harassed or none feels left behind. Also we need to take our whole fraternity together to another level so that we can work for the betterment of the society. ਜੀ, ਬਾਕੀ ਤੁਹਾਡੀ ਸੋਚ ਕਾਬਿਲੇ ਤਾਰੀਫ ਹੈ ਤੁਹਾਡੀ ਐਸੋਸੀਏਸ਼ਨ ਦੀ, ਤੇ ਅਸੀਂ ਜਲਦ ਹੀ ਚਾਹਾਂਗੇ ਕਿ ਇਹ ਜਿਹੜੀ ਸੋਚ ਹੈ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਏ। ਮੈਡਮ, ਤੁਸੀਂ ਆਪਣਾ ਸਮਾਂ ਦਿੱਤਾ, ਧੰਨਵਾਦ। Thank you so much. Thank you all. ਹੁਣ ਸਾਡੇ ਨਾਲ ਬਾਰ ਐਸੋਸੀਏਸ਼ਨ ਦੇ ਲਾਇਬ੍ਰੇਰੀ ਸੈਕਟਰੀ ਐਡਵੋਕੇਟ ਗੀਤਾਂਜਲੀ ਵਾਲੀ ਜੁੜ ਚੁੱਕੇ ਨੇ। ਮੈਡਮ, ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ, ਤੁਹਾਡੀ ਮਿਹਨਤ ਰੰਗ ਲੈ ਕੇ ਆਈ ਹੈ। ਬਹੁਤ-ਬਹੁਤ ਸ਼ੁਕਰੀਆ ਮੈਡਮ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਸੈਕਟਰੀ ਲਾਇਬ੍ਰੇਰੀਅਨ ਦੀ ਕੀ ਭੂਮਿਕਾ ਹੁੰਦੀ ਹੈ? ਦੇਖੋ, ਜਿਵੇਂ ਕਿ ਲਾਇਬ੍ਰੇਰੀ ਹੈ ਉਹ ਵਕੀਲਾਂ ਦਾ ਮੇਨ ਅੰਗ ਹੈ, ਕਿਉਂਕਿ ਲਾਇਬ੍ਰੇਰੀ 'ਚ ਕਿਤਾਬਾਂ ਨੇ ਤੇ ਕਿਤਾਬਾਂ ਤੋਂ ਹੀ ਵਕੀਲਾਂ ਨੇ ਪੜ੍ਹ ਕੇ ਅੱਗੇ ਕੰਮ ਕਰਨਾ ਹੁੰਦਾ ਹੈ। ਲਾਇਬ੍ਰੇਰੀ ਨੂੰ ਪੂਰਾ ਮੇਨਟੇਨ ਰੱਖਣਾ, ਲਾਇਬ੍ਰੇਰੀ 'ਚ ਬੁੱਕਸ ਦਾ ਸਾਰਾ ਦੇਖਣਾ ਕਿ ਕਿਹੜੀ ਬੁੱਕ ਚਾਹੀਦੀ ਹੈ, ਕਦੋਂ ਚਾਹੀਦੀ ਹੈ, ਪਲੱਸ ਜਿਹੜੇ ਕਿ ਅੱਜ ਕੱਲ੍ਹ ਕੰਪਿਊਟਰ ਸੌਫਟਵੇਅਰ ਵੀ ਆ ਗਏ ਆ ਸਾਡੇ ਜੱਜਮੈਂਟਸ ਦੇ ਰਿਗਾਰਡਿੰਗ, ਉਹਨਾਂ ਨੂੰ ਮੇਨਟੇਨ ਕਰਨਾ, ਲਾਇਬ੍ਰੇਰੀ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਣਾ ਲਾਇਬ੍ਰੇਰੀਅਨ ਸੈਕਟਰੀ ਦਾ ਕੰਮ ਹੈ। ਜੀ ਮੈਡਮ, ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੇ ਕਿਉਂਕਿ ਮੌਕਾ ਘੱਟ ਮਿਲਦਾ ਹੈ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ।
ਤੁਹਾਨੂੰ ਕੀ ਲੱਗਦਾ ਹੈ ਕਿ ਜੋ ਸਾਡੇ ਇਸ ਟਾਈਮ ਤੇ ਭਾਰਤ ਦੇ ਵਿੱਚ ਲਾਜ਼ ਆ, ਕਾਨੂੰਨ ਆ, ਉਹਨਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ? ਬਿਲਕੁਲ ਜੀ, ਹੋ ਵੀ ਰਹੇ ਨੇ ਸੁਧਾਰ। ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਕਿ ਰੋਜ਼ ਨਵੀਂ ਕੋਈ ਨਾ ਕੋਈ ਐਸੀ ਜੱਜਮੈਂਟ ਆ ਜਾਂਦੀ ਹੈ। ਜਿਵੇਂ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਲੋਕ ਬੰਦੇ ਆਪਣੀ ਇਨਕਮ ਲੁਕਾ ਲੈਂਦੇ ਸੀਗੇ, ਕਿ ਇਨਕਮ ਨਹੀਂ ਦੱਸਦੇ ਸੀਗੇ, ਉਹਦੇ ਨਾਲ ਜਨਾਨੀ ਨੂੰ ਮੇਨਟੇਨੈਂਸ ਲੈਣ 'ਚ ਬੜੀ ਪ੍ਰੋਬਲਮ ਆਉਂਦੀ ਸੀ। ਅੱਜ ਕੱਲ੍ਹ ਕੀ ਹੈ ਕਿ ਸੁਪਰੀਮ ਕੋਰਟ ਦੀ ਨਵੀਂ ਰੂਲਿੰਗ ਆਈ ਹੈ, ਉਸ ਤੋਂ ਬਾਅਦ ਹਰ ਕੋਰਟ ਜਿਹੜਾ ਹੈ ਉਹ ਬੰਦੇ ਦਾ ਵੀ ਔਰ ਉਹਦੀ ਵਾਈਫ ਦਾ ਵੀ ਦੋਨਾਂ ਦਾ ਐਫੀਡੇਵਿਟ ਔਨ ਰਿਕਾਰਡ ਲੈਂਦੇ ਆ, ਜਿਹਦੇ 'ਚ ਕਿ ਉਹਦਾ ਇਨਕਮ ਤੇ ਐਕਸਪੈਂਡੀਚਰ ਦੀ ਪੂਰੀ ਡਿਟੇਲ ਹੁੰਦੀ ਹੈ। ਇੱਕ ਐਫੀਡੇਵਿਟ ਪਹਿਲਾਂ ਨਾਲ ਲੱਗਦਾ ਹੈ, ਤੇ ਉਹ ਐਫੀਡੇਵਿਟ ਜੇ ਤੁਸੀਂ ਝੂਠਾ ਫਾਈਲ ਕਰਦੇ ਹੋ ਤੇ ਤੁਹਾਡੇ ਤੇ ਕ੍ਰਿਮੀਨਲ ਕੰਪਲੇਂਟ ਵੀ ਹੋ ਸਕਦੀ ਹੈ, ਤੇ ਉਹਦੇ ਮੁਤਾਬਕ ਅੱਜ ਕੱਲ੍ਹ ਜਿਹੜੀ ਮੇਨਟੇਨੈਂਸ ਹੈ ਉਹ ਮਿਲਦੀ ਹੈ, ਜੋ ਕਿ ਬਿਲਕੁਲ ਸਹੀ ਹੈ, ਤਾਂ ਕਿ ਦੋਨਾਂ ਦੀ ਇਨਕਮ ਡਿਸਕਲੋਜ਼ ਹੋਵੇ ਕਿੰਨੀ ਹੈ, ਉਸ ਤੋਂ ਬਾਅਦ ਮੇਨਟੇਨੈਂਸ ਲੱਗਦੀ ਹੈ। ਜੀ ਮੈਡਮ, ਤੁਹਾਡੀ ਬਾਰ ਐਸੋਸੀਏਸ਼ਨ ਨੇ ਫਿਊਚਰ ਦੇ ਲਈ ਕੀ ਸੋਚਿਆ ਹੈ ਕਿ ਅਸੀਂ ਫਿਊਚਰ ਦੇ ਵਿੱਚ ਕਿਹੜੇ ਕੰਮ ਕਰਾਂਗੇ? ਜੀ, ਸਾਡੀ ਬਾਰ ਐਸੋਸੀਏਸ਼ਨ, ਪਹਿਲਾਂ ਤਾਂ ਮੈਂ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਮੈਨੂੰ ਅਨਅਪੋਜ਼ਡ ਹੀ ਲਾਇਬ੍ਰੇਰੀਅਨ ਸੈਕਟਰੀ ਚੂਜ਼ ਕੀਤਾ। ਤੇ ਸਾਡੀ ਬਾਰ ਦਾ ਅੱਗੇ ਮਕਸਦ ਇਹ ਹੈ ਕਿ ਵਕੀਲਾਂ ਦੀ ਬਿਹਤਰੀ ਲਈ, ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਦੀ ਸਹੂਲਤਾਂ ਲਈ, ਤੇ ਹੋਰ ਬਿਲਡਿੰਗ ਬਣਾਈਏ ਨਵੀਂ, ਤਾਂ ਕਿ ਜਿਹੜੇ ਨਵੇਂ ਵਕੀਲ ਆ ਰਹੇ ਨੇ ਉਹਨਾਂ ਦੇ ਵੀ ਚੈਂਬਰ ਉਹਨਾਂ ਨੂੰ ਮਿਲਣ, ਤੇ ਅਸੀਂ ਮਿਲ ਕੇ ਕੰਮ ਕਰਾਂਗੇ ਕਿ ਅਸੀਂ ਜੋ ਵਕੀਲਾਂ ਲਈ ਬੈਟਰਮੈਂਟ ਹੋ ਸਕਦਾ ਹੈ, ਜਾਂ ਆਮ ਜਨਤਾ ਜੋ ਇੱਥੇ ਆਉਂਦੀ ਆ ਉਹਨਾਂ ਨੂੰ ਸਹੂਲਤਾਂ ਦੇਈਏ ਅਸੀਂ, ਤਾਂ ਕਿ ਪੋਸਟ ਆਫਿਸ ਇੱਥੇ ਲਿਆਈਏ, ਅਸੀਂ ਡਿਸਪੈਂਸਰੀ ਇੱਥੇ ਲਿਆਈਏ, ਤਾਂ ਕਿ ਜਿਹੜੇ ਲੋਕ ਇੱਥੇ ਆਉਂਦੇ ਨੇ ਬੈਂਕ ਦੀ ਫੈਸਿਲਿਟੀ ਇੱਥੇ ਲਿਆਈਏ, ਉਹਨਾਂ ਨੂੰ ਪ੍ਰੋਬਲਮ ਨਾ ਹੋਵੇ, ਉਹਨਾਂ ਨੂੰ ਦੂਰ ਨਾ ਜਾਣਾ ਪਵੇ। ਕਿਸੇ ਵੀ ਐਸੋਸੀਏਸ਼ਨ ਵਿੱਚ ਸੈਕਟਰੀ ਦੀ ਭੂਮਿਕਾ ਬਹੁਤ ਹੀ ਅਹਿਮ ਮੰਨੀ ਜਾਂਦੀ ਹੈ। ਹੁਣ ਸਾਡੇ ਨਾਲ ਬਾਰ ਐਸੋਸੀਏਸ਼ਨ ਦੇ ਸੈਕਟਰੀ ਜੁੜ ਚੁੱਕੇ ਨੇ, ਨਾਮ ਹੈ ਅਕਸ਼ ਚੇਤਲ ਸਰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਡਮ ਜੀ ਸਰ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਅਕਸਰ ਕਿਹਾ ਜਾਂਦਾ ਹੈ ਕਿ ਸਾਨੂੰ ਮੌਕਾ ਦਿਓ, ਸਾਨੂੰ ਮੌਕਾ ਦੋਗੇ ਅਸੀਂ ਇਹ ਕਰਕੇ ਦਿਖਾਵਾਂਗੇ। ਹੁਣ ਤੁਹਾਡੀ ਐਸੋਸੀਏਸ਼ਨ ਕੀ ਕਰਕੇ ਦਿਖਾਏਗੀ? ਮੈਡਮ, ਸਾਡੀ ਐਸੋਸੀਏਸ਼ਨ ਦਾ ਫਸਟ ਮਕਸਦ ਇਹ ਹੈ ਵੀ ਅਸੀਂ ਜਿੰਨੇ ਵੀ ਸਾਡੇ ਨਵਾਂ ਯੂਥ ਜੁੜਿਆ ਸਾਡੇ ਨਾਲ, ਇਹਨਾਂ ਦੀ ਵੈਲਫੇਅਰ, ਜੋ ਸਾਡੀ ਐਸੋਸੀਏਸ਼ਨ ਚੰਡੀਗੜ੍ਹ ਹੈਗੀ ਹੈ, ਜੋ ਉਹਨਾਂ ਨੂੰ ਸਟਾਈਫਨ ਦੇਵੇ ਤਾਂ ਬਹੁਤ ਚੰਗੀ ਗੱਲ ਹੈ। ਸੈਕਿੰਡ, ਸਾਡਾ ਇਸ਼ੂ ਇਹ ਹੈ ਵੀ ਜਿੰਨਾ ਵੀ ਸਾਡਾ ਕੋਈ ਬੈਂਚ ਤੇ ਬਾਹਰ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਸੌਖਾ ਤਰੀਕੇ ਨਾਲ ਉਹਨੂੰ ਬਣਾਇਆ ਜਾਵੇ। ਉਹ ਜੋ ਨਵਾਂ ਬੱਚਾ ਆਉਂਦਾ ਹੈ, ਕੋਈ ਮੰਨ ਲਓ ਅੱਜ ਯੰਗ ਲਾਇਰ ਕੋਈ ਆਉਂਦਾ ਹੈ, ਤਾਂ ਉਹਨੂੰ ਟ੍ਰੀਟ ਵੀ ਚੰਗੀ ਤਰ੍ਹਾਂ ਕੋਰਟ 'ਚ ਕੀਤਾ ਜਾਵੇ। ਜੀ, ਵਾਕਈ ਕਿਹਾ ਜਾਂਦਾ ਹੈ ਕਿ ਜੋ ਯੂਥ ਹੁੰਦਾ ਹੈ ਉਹ ਕਿਤੇ ਨਾ ਕਿਤੇ ਪਰਿਵਰਤਨ ਲੈ ਕੇ ਆਉਂਦਾ ਹੈ, क्रांतिकारी ਹੁੰਦਾ ਹੈ। ਤੁਹਾਡੀ ਐਸੋਸੀਏਸ਼ਨ ਵਿੱਚ ਜ਼ਿਆਦਾਤਰ ਜੋ ਹੈ ਉਹ ਯੰਗਸਟਰਸ ਨੇ। ਕੀ ਸੋਚਿਆ ਹੈ, ਕੀ ਬਦਲਾਵ ਮੇਜਰ ਲੈ ਕੇ ਆਓਗੇ ਜੋ ਪਹਿਲਾਂ ਨਹੀਂ ਕਦੀ ਹੋਇਆ? ਬਦਲਾਵ ਤਾਂ ਇਹੀ ਹੈ ਮੈਡਮ, ਫਸਟ ਤਾਂ ਇਹੀ ਹੈ ਵੀ ਉਹਨਾਂ ਨੂੰ ਇੱਕ ਤਾਂ ਲਾਇਬ੍ਰੇਰੀ ਦੀ ਚੰਗੀ ਤਰ੍ਹਾਂ ਸਹੂਲਤ ਪ੍ਰੋਵਾਈਡ ਹੋਵੇ, ਤਾਂ ਕਿ ਜਿਹੜਾ ਯੰਗ ਹੁੰਦਾ ਉਹਦੇ ਕੋਲੇ ਲਾਇਬ੍ਰੇਰੀ ਨਹੀਂ ਘਰੇ ਹੁੰਦੀ, ਉਹਨੂੰ ਬਹੁਤ ਜ਼ਿਆਦਾ ਦਿੱਕਤ ਲਾਇਬ੍ਰੇਰੀ ਦੀ ਆਉਂਦੀ ਹੈ। ਕੋਈ ਕੇਸ ਲਾਅ ਦੇਖਣਾ ਹੈ, ਕੋਈ ਕੁਝ ਕਰਨਾ ਹੈ। ਤੇ ਸੈਕਿੰਡ ਵੀ ਜਦੋਂ ਉਹ ਕੋਰਟ ਦੇ ਅੰਦਰ ਜਾਵੇ ਤਾਂ ਜੱਜ ਦਾ ਵਤੀਰਾ ਉਹਦੇ ਨਾਲ ਚੰਗਾ ਹੋਵੇ। ਜੀ, ਇਹ ਸਾਡਾ ਮੋਟਿਵ ਹੋਏਗਾ ਜੀ ਫਸਟ। ਤੁਹਾਡੇ ਲਈ ਸ਼ੁਭਕਾਮਨਾਵਾਂ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰੋ ਤੇ ਇਹ ਬਾਰ ਐਸੋਸੀਏਸ਼ਨ ਜਿਹੜੀ ਹੈ ਚੰਗੇ ਕੰਮ ਕਰਦੀ ਰਹੇ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ।